ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਦੁੱਖ ਭਰੀ ਅੱਜ ਸੂਚਨਾ ਆਪ ਸਭ ਸੰਗਤਾਂ ਨੇ ਸਵੇਰੇ ਸਰਵਣ ਕੀਤੀ ਹੋਏਗੀ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨਜ਼ਰਬੰਦ ਭਾਈ ਮਲਕੀਤ ਸਿੰਘ ਉਰਫ ਸ਼ੇਰ ਸਿੰਘ, ਉਹਨਾਂ ਦੀ ਬਹੁਤ ਹੀ ਦੁਖਦਾਈ ਜੋ ਮੌਤ ਹੋ ਗਈ। ਭਾਈ ਮਲਕੀਤ ਸਿੰਘ ਜੋ ਕਿ ਬਹੁਤ ਹੀ ਗੁਰਮੁਖ ਪਿਆਰੇ ਸਨ, ਬਾਣੀ ਬਾਣੇ ਦੇ ਧਾਰਨੀ ਸਨ, ਬਹੁਤ ਹੀ ਨਿਮਰਤਾ ਅਤੇ ਤਿਆਗ ਦੀ ਮੂਰਤ ਸਨ। ਅਤੇ ਜਿਹੜੇ ਵੀ ਸਿੰਘ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੀ ਸੇਵਾਵਾਂ ਵਿੱਚ ਹਾਜ਼ਰ ਹੁੰਦੇ ਸਨ, ਅਕਸਰ ਹੀ ਭਾਈ ਮਲਕੀਤ ਸਿੰਘ ਦੇ ਦਰਸ਼ਨ ਹੁੰਦੇ ਸਨ। ਭਾਈ ਮਲਕੀਤ ਸਿੰਘ ਜਿਹਨੂੰ ਕਿ 5 ਸਤੰਬਰ 2019 ਨੂੰ ਪੰਡੋਰੀ ਗੋਲਾ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਇੱਕ ਖਾਲੀ ਪਲਾਟ ਵਿੱਚ ਇੱਕ ਧਮਾਕਾ ਹੋਇਆ ਸੀ, ਬਲਾਸਟ ਹੋਇਆ ਸੀ। ਉਸ ਕੇਸ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਨੋਮੀਨੇਟ ਕੀਤਾ ਗਿਆ ਸੀ ਅਤੇ 17 ਸਤੰਬਰ 2019 ਨੂੰ ਉਹਨੂੰ ਗ੍ਰਿਫਤਾਰੀ ਇਸ ਕੇਸ ਦੇ ਵਿੱਚ ਦਿਖਾਈ ਗਈ ਸੀ। ਬਾਅਦ ਦੇ ਵਿੱਚ ਇਹ ਕੇਸ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ UAPA ਤਹਿਤ ਦਰਜ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਇਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੂੰ ਦਿੱਤਾ ਗਿਆ, ਜਿਹਦੇ ਵਿੱਚ 2 ਨੌਜਵਾਨਾਂ ਦੀ 5/9 ਨੂੰ ਹੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਇੱਕ ਸਿੰਘ ਭਾਈ ਗੁਰਜੰਟ ਸਿੰਘ ਦੀਆਂ ਅੱਖਾਂ ਚਲੀਆਂ ਗਈਆਂ ਸਨ ਅਤੇ ਭਾਈ ਮਲਕੀਤ ਸਿੰਘ ਸਮੇਤ ਹੋਰ ਨੌਜਵਾਨਾਂ ਨੂੰ ਇਹਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਵੀ ਸਾਜ਼ਿਸ਼ ਦਰਸਾਈ ਗਈ ਸੀ ਵੀ ਇਹ ਨੌਜਵਾਨ ਜਿਹੜੇ ਹਨ ਵੱਖ-ਵੱਖ ਥਾਵਾਂ ਦੇ ਉੱਤੇ ਧਮਾਕੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ। ਹਾਲਾਂਕਿ ਇਸ ਕੇਸ ਦੇ ਵਿੱਚ ਕਿਸੇ ਵੀ ਨੌਜਵਾਨ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਤਰਾਜ਼ਯੋਗ ਚੀਜ਼, ਗੋਲੀ, ਸਿੱਕਾ, ਬਰੂਦ ਬਰਾਮਦ ਨਹੀਂ ਸੀ ਹੋਇਆ, ਪਰ ਇਹ 'ਚ UAP ਲੱਗਿਆ ਹੋਣ ਕਰਕੇ ਅਤੇ NIA ਕੋਲ ਜਾਣ ਕਰਕੇ ਇਸ ਕੇਸ ਦੇ ਵਿੱਚ ਇੱਕ ਨਾਬਾਲਗ ਜੋ ਨੌਜਵਾਨ ਸੀ ਅੰਮ੍ਰਿਤਪਾਲ ਸਿੰਘ, ਉਸ ਨੂੰ ਹੀ ਬੇਲ ਮਿਲ ਸਕੀ, ਹੋਰ ਕਿਸੇ ਨੂੰ ਬੇਲ ਨਹੀਂ ਮਿਲੀ। ਭਾਈ ਮਲਕੀਤ ਸਿੰਘ ਜੋ ਕਿ ਬਚਪਨ ਤੋਂ ਹੀ ਜੁਵਨਾਈਨ ਡਾਇਬਟਿਕ ਮਰੀਜ਼ ਸੀ ਅਤੇ ਉਹਦਾ ਇਲਾਜ ਪਹਿਲਾਂ ਪ੍ਰਾਈਵੇਟ ਤੌਰ ਦੇ ਉੱਤੇ ਵੱਖ-ਵੱਖ ਹਸਪਤਾਲਾਂ 'ਚ ਚੱਲਦਾ ਸੀ ਅਤੇ ਉਸ ਦਾ ਦਾਖਲਾ ਵੀ ਇਸ ਕੇਸ 'ਚ ਅਰੈਸਟ ਤੋਂ ਬਾਅਦ ਜੇਲ੍ਹ ਦੇ ਵਿੱਚ ਬਹੁਤੇ ਦਿਨ ਨਹੀਂ ਰਹਿ ਸਕਿਆ। ਉਹਨਾਂ ਨੂੰ ਗੁਰੂ ਨਾਨਕ ਹਸਪੀਟਲ ਜਿਹੜਾ ਦਾਖਲ ਕਰਾਉਣਾ ਪਿਆ ਅਤੇ ਬਾਅਦ ਦੇ ਵਿੱਚ ਉਸ ਦੀ ਜਿਹੜੀ ਸਰੀਰਕ ਦਸ਼ਾ ਵਿਗੜਦੀ ਦੇਖ ਕੇ ਅਸੀਂ ਉਸ ਗਰਾਊਂਡ ਦੇ ਉੱਤੇ NIA ਕੋਲ ਦੇ ਵਿੱਚ ਦਰਖਾਸਤਾਂ ਲਾਈਆਂ ਉਹਦੇ ਇਲਾਜ ਦੇ ਸੰਬੰਧ ਦੇ ਵਿੱਚ, ਜਿੱਥੇ ਡਾਇਰੈਕਸ਼ਨਾਂ ਵੀ ਹੋਈਆਂ, ਕੁਛ ਇਲਾਜ ਸ਼ੁਰੂ ਹੋਇਆ। ਬਾਅਦ ਦੇ ਵਿੱਚ ਜਦੋਂ ਹਾਲਾਤ ਹੋਰ ਵਿਗੜੇ ਤਾਂ ਫਿਰ ਜੂਨ 2020 ਦੇ ਵਿੱਚ ਉਹਦੀ ਭਾਈ ਮਲਕੀਤ ਸਿੰਘ ਦੀ ਬੇਲ NIA ਕੋਰਟ ਦੇ ਵਿੱਚ ਲਾਈ ਗਈ, ਜਿਹੜੀ 2 ਜੂਨ 2020 ਨੂੰ NIA ਕੋਰਟ ਨੇ ਖਾਰਜ ਕਰ ਦਿੱਤੀ। ਇਹ ਕਹਿ ਕੇ ਕਿ ਵੀ ਗੰਭੀਰ ਕੇਸ ਹੈ ਅਤੇ ਇਹਨੂੰ ਅੱਤਵਾਦ ਦੇ ਨਾਲ ਜੋੜਿਆ ਹੋਇਆ ਹੈ, UAP ਐਕਟ ਲੱਗਿਆ ਹੋਇਆ ਹੈ ਅਤੇ NIA ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਕਈ ਅਜੇ ਉਸ ਸਮੇਂ ਨੌਜਵਾਨ ਉਹਦੇ ਵਿੱਚ ਜਿਹੜੇ ਅਜੇ ਤੱਕ ਵੀ ਭਗੌੜੇ ਹਨ। ਉਹਨਾਂ 'ਚ ਇੱਕ ਸਿੰਘ ਬਿਕਰਮ ਸਿੰਘ 5 ਵਰਡ ਦਾ, ਜਿਹਨੂੰ ਕਿ ਆਸਟ੍ਰੇਲੀਆ ਦੇ ਵਿੱਚ ਇੰਟਰਪੋਲ ਨੇ ਫੜਿਆ ਹੋਇਆ ਅਤੇ ਉਹਦੀ ਐਕਸਟ੍ਰਾਡੀਸ਼ਨ ਪ੍ਰੋਸੀਡਿੰਗ ਜਿਹੜੀ ਆ ਜਾਂ ਡਿਪੋਰਟੇਸ਼ਨ ਜਿਹੜੀ ਆ ਉੱਥੇ ਪ੍ਰੋਸੀਡਿੰਗ ਚੱਲਦੀ ਆ। ਸੋ ਭਾਈ ਮਲਕੀਤ ਸਿੰਘ ਨੂੰ ਮੁੱਖ ਸਾਜ਼ਿਸ਼ਕਰਤਾ 'ਚ ਦਰਸਾ ਕੇ ਅਤੇ ਉਹਦੀ ਬੇਲ ਰਿਜੈਕਟ ਕਰ ਦਿੱਤੀ ਗਈ। ਹਾਲਾਂਕਿ NIA ਸਪੈਸ਼ਲ ਕੋਰਟ ਮੋਹਾਲੀ ਵੱਲੋਂ ਨਾਲ ਹਦਾਇਤ ਕੀਤੀ ਗਈ ਵੀ ਭਾਈ ਮਲਕੀਤ ਸਿੰਘ ਦਾ ਵਧੀਆ ਤਰੀਕੇ ਨਾਲ ਜਿਹੜਾ ਇਲਾਜ ਕਰਵਾਇਆ ਜਾਵੇ, ਪਰ ਉਹ ਇਲਾਜ ਦੀ ਕੋਈ ਅੱਗੇ ਦੱਸ ਨਹੀਂ ਪਈ। ਗੁਰੂ ਨਾਨਕ ਹਸਪੀਟਲ 'ਚੋਂ PGI ਲੈ ਜਾਂਦੇ, ਆਊਟ ਟਾਈਮ ਲੈ ਕੇ ਜਾਂਦੇ, ਜਦੋਂ OPD ਬੰਦ ਹੋ ਜਾਂਦੀ ਫਿਰ ਗੱਡੀ ਦੇ ਵਿੱਚ ਗੇੜਾ ਲਵਾ ਕੇ ਥਕਾ ਕੇ ਵਾਪਸ ਹਸਪਤਾਲ ਜਮ੍ਹਾਂ ਕਰਾ ਦਿੰਦੇ। ਫਿਰ ਅਸੀਂ ਉਹਦੀ ਅਪੀਲ ਜਿਹੜੀ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ। 6 ਜੁਲਾਈ 2020 ਨੂੰ ਜਸਟਿਸ ਜਸਵੰਤ ਸਿੰਘ ਅਤੇ ਸੰਤ ਪ੍ਰਕਾਸ਼ ਜਸਟਿਸ ਦੇ ਦੋਹਰੇ ਬੈਂਚ ਨੇ ਵੀ ਬੇਲ ਡਿਸਮਿਸ ਕਰ ਦਿੱਤੀ। ਅਪੀਲ ਜੋ ਬੇਲ ਦੀ ਹੁੰਦੀ ਹੈ NIA ਦੀ, ਉਹ ਡਿਸਮਿਸ ਕਰ ਦਿੱਤੀ। ਨਾਲ ਉਹਨਾਂ ਨੇ ਕਿਹਾ ਵੀ ਜੋ ਹਦਾਇਤਾਂ NIA ਕੋਰਟ ਨੇ ਕੀਤੀਆਂ ਹਨ ਉਹ ਸਿਹਤ ਸੰਭਾਲ ਸੰਬੰਧੀ, ਅਤੇ ਜੇ ਉਹਦਾ ਇਲਾਜ ਗੁਰੂ ਨਾਨਕ ਹਸਪੀਟਲ ਨਹੀਂ ਹੈ ਅਤੇ PGI ਤੋਂ ਇਲਾਜ ਕਰਾਇਆ ਜਾਵੇ, ਕਿਉਂਕਿ ਮਲਕੀਤ ਸਿੰਘ ਨੂੰ ਉਸ ਸਮੇਂ ਤੱਕ TB ਵੀ ਹਸਪਤਾਲ ਦੇ ਵਿੱਚ ਰਹਿੰਦਿਆਂ ਹੋ ਗਈ ਸੀ ਅਤੇ ਜਦੋਂ ਫਿਰ ਕਰੋਨਾ ਆਇਆ ਅਤੇ ਕਰੋਨਾ ਵੀ ਉਹਦਾ ਪੋਜ਼ੀਟਿਵ ਆ ਗਿਆ ਸੀ ਅਤੇ ਦਿਲ ਦੇ ਵਿੱਚ ਛੇਕ ਤਾਂ ਸੀ ਉਹਦੇ, ਜਿਹਨੂੰ ਕਿ ਓਪਰੇਟ ਕਰਨਾ ਸੀ ਅਤੇ ਓਪਰੇਟ ਕਰਨ ਦੇ ਲਈ ਜ਼ਰੂਰੀ ਸੀ ਕਿ ਭਾਈ ਮਲਕੀਤ ਸਿੰਘ ਦਾ ਪਹਿਲਾਂ ਜਿਹੜੀ ਇਹ ਸ਼ੂਗਰ ਹੈ ਉਹ ਨੋਰਮਲ ਆਵੇ, ਜੋ ਕਿ ਸਹੀ ਇਲਾਜ ਸਹੀ ਦਵਾਈ ਨਾ ਹੋਣ ਕਰਕੇ ਉਹ ਸ਼ੂਗਰ ਕੰਟਰੋਲ ਜਿਹੜੀ ਆ ਨਹੀਂ ਸੀ ਹੋ ਰਹੀ। ਬਾਅਦ ਦੇ ਵਿੱਚ ਕਰੋਨਾ ਆ ਗਿਆ, ਫਿਰ ਓਪਰੇਸ਼ਨ ਸਾਰੇ ਜਿਹੜੇ ਆ ਬੰਦ ਹੋ ਗਏ
ਤੇ ਫਿਰ PGI ਲੈ ਕੇ ਜਾਣਾ ਵੀ ਬੰਦ ਹੋ ਗਿਆ ਤੇ ਗੁਰੂ ਨਾਨਕ ਹਸਪੀਟਲ ਜ਼ਿਆਦਾਤਰ ਭਾਈ ਮਲਕੀਤ ਸਿੰਘ ਨੂੰ ਰੱਖਿਆ ਜਾਣ ਲੱਗਿਆ। ਕਰੋਨਾ ਵੀ 2 ਵਾਰੀ ਹੋ ਕੇ ਵੀ ਠੀਕ ਹੋ ਗਿਆ, TB ਵੀ ਫਿਰ ਠੀਕ ਹੋਣ ਲੱਗ ਪਈ ਸੀ। ਤੇ ਜਦੋਂ ਫਿਰ ਅਜੇ ਨਹੀਂ ਸੀ ਕੋਈ ਦਿਸ ਰਿਹਾ, ਅਜੇ ਗਵਾਹੀਆਂ ਵੀ ਕੋਈ ਖਾਸ ਨਹੀਂ ਹੋ ਰਹੀਆਂ ਸਨ ਤੇ ਬੇਲ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਉਹਨਾਂ ਨੇ ਜਿਹੜੀ SLP ਦਾਖਲ ਕਰਨੋਂ ਨਾ ਕਰ ਦਿੱਤੀ ਸੀ ਵੀ ਗੰਭੀਰ ਸਮੱਸਿਆ ਹੈਗਾ ਕੇਸ UAP ਐਕਟ ਲੱਗਾ ਹੋਇਆ। ਤਾਂ ਫਿਰ ਦਸੰਬਰ 2020 ਨੂੰ ਹਾਈ ਕੋਰਟ ਦੇ ਵਿੱਚ ਸਪੈਸ਼ਲ ਸਿਹਤ ਦੀ ਸਾਂਭ ਸੰਭਾਲ ਵਾਸਤੇ ਡਾਇਰੈਕਸ਼ਨਾਂ ਜਿਹੜੀਆਂ ਪਾਈਆਂ ਗਈਆਂ ਸਨ। ਉਹ ਡਾਇਰੈਕਸ਼ਨਾਂ ਦੇ ਤਹਿਤ 15 ਦਸੰਬਰ 2020 ਨੂੰ ਜਸਟਿਸ ਅਨੂਪਿੰਦਰ ਸਿੰਘ ਗਰੇਵਾਲ ਨੇ ਇੱਕ ਬੋਰਡ ਬਣਾਉਣ ਦਾ ਜਿਹੜਾ ਡਾਇਰੈਕਸ਼ਨ ਕੀਤੀ ਸੀ ਸੁਪਰਡੈਂਟ ਤੇ SMO ਅੰਮ੍ਰਿਤਸਰ ਨੂੰ ਵੀ ਇੱਕ ਡਾਕਟਰਾਂ ਦਾ ਬੋਰਡ ਬਣਾ ਕੇ ਭਾਈ ਮਲਕੀਤ ਸਿੰਘ ਦੀ ਸਿਹਤ ਦੀ ਇਨਵੈਸਟੀਗੇਸ਼ਨ ਕਰਕੇ ਤੇ ਉਹਦਾ ਇਲਾਜ ਦੇ ਯੋਗ ਪ੍ਰਬੰਧ ਕੀਤੇ ਜਾਣ, ਤਾਂ ਜੋ ਜੇ ਉਹਦਾ ਇਲਾਜ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ 'ਚ ਸੰਭਵ ਨਹੀਂ ਹੈਗਾ ਤਾਂ PGI ਤੋਂ ਉਹਦਾ ਇਲਾਜ ਕਰਵਾਇਆ ਜਾਵੇ। ਪਰ ਉਹ ਬੋਰਡ ਬਣਾਉਣ ਦੇ ਆਰਡਰ ਤੋਂ ਬਾਅਦ ਜੋ ਦਸੰਬਰ 2020 ਨੂੰ ਹੋਇਆ ਸੀ, ਉਹਨਾਂ ਨੇ ਕੋਈ ਬੋਰਡ ਨਹੀਂ ਬਣਾਇਆ 3 ਮਹੀਨੇ। ਤਾਂ ਫਿਰ ਐਡਵੋਕੇਟ ਭਾਨੂ ਪ੍ਰਤਾਪ ਸਿੰਘ ਰਾਹੀਂ ਅਸੀਂ ਲੀਗਲ ਨੋਟਿਸ ਕੱਢਿਆ ਵੀ ਤੁਹਾਨੂੰ ਬੋਰਡ ਬਣਾਉਣ ਨੂੰ ਕਿਹਾ ਸੀ, ਤੁਸੀਂ ਕਿਉਂ ਨਹੀਂ ਬਣਾਇਆ। ਤਾਂ ਫਿਰ ਉਹਨਾਂ ਨੇ ਬੋਰਡ ਬਣਾ ਕੇ ਜਾਂਚ ਕਰਾ ਕੇ ਫਿਰ ਦੁਬਾਰੇ PGI ਲੈ ਕੇ ਗਏ। PGI ਨੇ ਕਿਹਾ ਵੀ ਸ਼ੂਗਰ ਨਾਰਮਲ ਹੋਊਗੀ ਤਾਂ ਫਿਰ ਅਸੀਂ ਦਿਲ ਦਾ ਛੇਕ ਆ ਉਹ ਜਿਹੜਾ ਬੰਦ ਕਰ ਸਕਦੇ ਹਾਂ। ਪਰ ਇਹ ਵੀ ਸਿਤਮ ਜਰੀਫੀ ਦੀ ਗੱਲ ਹੈ ਵੀ ਲਗਭਗ 45 ਤੋਂ 50 ਵਾਰ ਭਾਈ ਮਲਕੀਤ ਸਿੰਘ ਨੂੰ ਜਿਹੜਾ ਉਹ PGI ਲੈ ਕੇ ਜਾਂਦੇ ਰਹੇ, ਪਰ ਲੈ ਕੇ ਜਾਂਦੇ ਉਦੋਂ ਰਹੇ ਜਦੋਂ ਆਡ ਟਾਈਮ ਹੁੰਦਾ ਸੀਗਾ, ਆਫ ਟਾਈਮ ਹੋ ਜਾਂਦਾ ਸੀ OPD ਦਾ। ਤੇ 1-2 ਵਾਰ ਜਦੋਂ ਉਹਨਾਂ ਨੇ ਦਾਖਲ ਕਰਨ ਦਾ ਵੀ ਯਤਨ ਕੀਤਾ PGI ਨੇ ਵੀ ਇਹਨੂੰ ਦਾਖਲ ਕਰੋ, ਤਾਂ ਜਿਹੜੇ ਨਾਲ ਗਾਰਡ ਵਾਲੇ ਪੰਜਾਬ ਪੁਲਿਸ ਦੇ ਜੇਲ੍ਹ ਗਾਰਡ ਦੇ ਜਾਂਦੇ ਸਨ ਬੰਦੇ, ਉਹਨਾਂ ਦੀ ਇਹ ਮੰਗ ਹੁੰਦੀ ਸੀ ਵੀ ਸਾਨੂੰ ਉੱਥੇ ਪ੍ਰਾਈਵੇਟ ਕਮਰਾ ਦਿਓ ਕਿਉਂਕਿ ਵੱਡਾ ਕੇਸ ਹੈ, NIA ਦਾ ਕੇਸ ਆ ਅਤੇ ਸਾਨੂੰ ਪ੍ਰਾਈਵੇਟ ਰੂਮ ਹੋਊਗਾ ਅਤੇ ਅਸੀਂ ਸਿਕਿਉਰਿਟੀ ਦਾ ਇੰਤਜ਼ਾਮ ਕਰ ਸਕਦੇ ਹਾਂ, ਜਿਹੜੀ ਕਿ PGI ਵੱਲੋਂ ਨਾ ਕਰ ਦਿੱਤੀ ਜਾਂਦੀ ਰਹੀ ਆ। ਤਾਂ ਫਿਰ ਉਹਨੂੰ ਉਸੇ ਤਰ੍ਹਾਂ ਵਾਪਸ ਲੈ ਕੇ ਆਉਂਦੇ। ਸੋ 100 ਹੱਥ ਰੱਸਾ ਸਿਰੇ ਦੇ ਗੰਢ ਪਿਛਲੇ ਕਰੀਬ 2 ਸਾਲ ਤੋਂ ਭਾਈ ਮਲਕੀਤ ਸਿੰਘ ਆਪਣੇ ਇਲਾਜ ਵਾਸਤੇ ਦਰ ਦੀਆਂ ਅਸੀਂ ਠੋਕਰਾਂ ਖਾ ਰਹੇ ਸੀ। NIA ਕੋਰਟ, ਸੁਪਰੀਮ ਕੋਰਟ, ਹਾਈ ਕੋਰਟ 'ਚ ਸਪੈਸ਼ਲ ਆਰਡਰ, ਲੀਗਲ ਨੋਟਿਸ, ਸੁਪਰਡੈਂਟ ਨੂੰ ਲੀਗਲ ਨੋਟਿਸ ਅਤੇ SMO ਨੂੰ ਵੀ ਮਿਲ ਕੇ ਅਤੇ ਡਾਕਟਰਾਂ ਨੂੰ ਵੀ ਮਿਲ ਕੇ ਪਰਿਵਾਰ ਵੱਲੋਂ, ਖਾਸ ਤੌਰ 'ਤੇ ਉਹਦੇ ਬ੍ਰਦਰ ਛੋਟੇ ਰਵਿੰਦਰਪਾਲ ਵੱਲੋਂ, ਰਵਿੰਦਰਜੀਤ ਵੱਲੋਂ, ਉਹਨਾਂ ਵੱਲੋਂ ਸਾਰੀ ਚਾਰਾਜੋਈ ਕੀਤੀ ਗਈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਹੋਰ ਮਨਜ਼ੂਰ ਸੀ। ਪਿਛਲੇ ਹਫ਼ਤੇ ਉਹਨੂੰ PGI ਲੈ ਕੇ ਗਏ ਸੀ ਅਤੇ ਸ਼ਨੀਵਾਰ ਸ਼ਾਮ ਨੂੰ ਜਦੋਂ ਵਾਪਸ ਲਿਆਏ ਅਤੇ ਗੁਰੂ ਨਾਨਕ ਹਸਪੀਟਲ ਨਹੀਂ ਦਾਖਲ ਕੀਤਾ, ਉਹਨਾਂ ਨੇ ਜੇਲ੍ਹ ਦੇ ਵਿੱਚ ਹੀ ਛੱਡ ਦਿੱਤਾ ਅਤੇ ਜੇਲ੍ਹ ਦੇ ਵਿੱਚੋਂ ਉਹਨੂੰ ਵਾਪਸ ਹਸਪਤਾਲ ਲੈ ਕੇ ਜਾਣ ਦੀ ਗੁਹਾਰ ਪਰਿਵਾਰ ਵੱਲੋਂ ਵੀ। ਅਤੇ ਸੋਮਵਾਰ ਜਦੋਂ ਉਹਦੀ NIA ਕੋਰਟ ਮੁਹਾਲੀ ਤਰੀਕ ਸੀ ਤਾਂ ਉੱਥੇ ਵੀ ਜੱਜ ਸਾਹਿਬ ਨੂੰ ਵੀ ਕੀਤੀ ਵੀ ਉਹਨੂੰ ਸ਼ਨੀਵਾਰ ਦਾ ਲਿਆ ਕੇ ਜੇਲ੍ਹ 'ਚ ਰੱਖਿਆ ਹੋਇਆ, ਉੱਥੇ ਕੋਈ ਉਹਦੀ ਸਿਹਤ ਸੰਭਾਲ ਵਾਸਤੇ ਕੰਡੀਸ਼ਨ ਸਹੀ ਨਹੀਂ ਹੈਗੀ, ਉਹਨੂੰ ਹਸਪਤਾਲ ਪਹੁੰਚਾਇਆ ਜਾਵੇ। ਤਾਂ ਜੱਜ ਸਾਹਿਬ ਨੇ ਥਰੂ VC ਜਿਹੜੇ ਵੀ ਉੱਥੇ ਅਫਸਰ ਬਾਕੀਆਂ ਨੌਜਵਾਨਾਂ ਨੂੰ ਪੇਸ਼ ਕਰਾਇਆ ਸੀ, ਉਹਨਾਂ ਨੂੰ ਪੁੱਛਿਆ ਵੀ ਮਲਕੀਤ ਸਿੰਘ ਕਿੱਥੇ ਆ। ਤਾਂ ਉਹਨਾਂ ਨੇ ਜੱਜ ਸਾਹਿਬ ਨੂੰ ਇਹ ਦਰਸਾਇਆ ਕਿ ਮਲਕੀਤ ਸਿੰਘ ਨੂੰ ਅਸੀਂ ਪੇਸ਼ ਨਹੀਂ ਕਰ ਸਕਦੇ। ਕਰੀਬ 11-11:30 ਵਜੇ ਦਾ ਟਾਈਮ ਸੀ ਸੋਮਵਾਰ ਦਾ। ਤਾਂ ਉਹਨਾਂ ਨੇ ਫਿਰ ਕਿਹਾ ਵੀ 4 ਤਰੀਕ ਦਾ 4 ਅਕਤੂਬਰ 2021 ਸੋਮਵਾਰ ਸਵੇਰੇ 11 ਵਜੇ VC ਰਾਹੀਂ ਜੇਲ੍ਹ ਅਧਿਕਾਰੀਆਂ ਨੇ ਕਹਿ ਤਾ ਮਲਕੀਤ ਸਿੰਘ ਨੂੰ ਹਸਪਤਾਲ ਭੇਜ ਦਿੱਤਾ। ਜੇ ਤੇ ਜੱਜ ਸਾਹਿਬ ਨੇ ਕਿਹਾ ਵੀ ਤੁਹਾਡੀ ਤਸੱਲੀ ਹੈ। ਮੈਂ ਕਿਹਾ ਠੀਕ ਹੈ ਜੀ, ਜੇਲ੍ਹ ਵਾਲਿਆਂ ਨੇ ਹਸਪਤਾਲ ਭੇਜ ਦਿੱਤਾ ਤਾਂ ਠੀਕ ਹੈ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਉਹਨਾਂ ਨੇ ਕੋਰਟ ਦੇ ਕੋਲ ਵੀ ਝੂਠ ਬੋਲਿਆ, ਉਹਨਾਂ ਨੇ ਹਸਪਤਾਲ ਨਹੀਂ ਭੇਜਿਆ, ਉੱਥੇ ਡਿਊਟੀ ਰੱਖ ਛੱਡਿਆ। ਗਾਰਡ ਦਾ ਇੰਤਜ਼ਾਰ ਕਰਦੇ ਰਹੇ ਵੀ ਗਾਰਡ ਆਊਗੀ, ਕਿਉਂਕਿ ਇਹ NIA ਅਤੇ UAP ਦੇ ਕੇਸਾਂ ਦੇ ਵਿੱਚ ਖਾਸ ਤੌਰ 'ਤੇ ਇਹ ਜਿਵੇਂ NIA ਦੀਆਂ ਹਦਾਇਤਾਂ ਹੀ ਹੁੰਦੀਆਂ ਵੀ ਇਹਨਾਂ ਨੂੰ ਘੱਟ ਗਾਰਡ ਜਾਂ 1-2 ਬੰਦਿਆਂ ਦੇ ਤਹਿਤ ਨਹੀਂ ਲੈ ਕੇ ਜਾਣਾ, ਪੂਰੀ ਗਾਰਡ ਸਿਕਿਉਰਿਟੀ ਨਾਲ ਲੱਗੇ ਤਾਂ ਫਿਰ ਹੀ ਹਸਪਤਾਲ ਸ਼ਿਫਟ ਕਰਦੇ ਆ, ਨਹੀਂ ਤਾਂ ਆਮ ਹਾਲਤਾਂ ਦੇ ਵਿੱਚ ਗੰਭੀਰ ਹਾਲਤ ਹੋਣ ਦੇ ਮੱਦੇਨਜ਼ਰ ਜਿਹੜਾ ਕੋਈ ਕੈਦੀ ਹੁੰਦਾ ਉਹਨੂੰ ਤੁਰੰਤ ਹਸਪਤਾਲ ਜੇਲ੍ਹ ਗਾਰਡ ਦੇ ਰਾਹੀਂ ਭੇਜ ਦਿੱਤਾ ਜਾਂਦਾ। ਪਰ ਮਲਕੀਤ ਸਿੰਘ ਦੇ ਮਾਮਲੇ 'ਚ ਉਹਨੂੰ ਸ਼ਨੀਵਾਰ ਸ਼ਾਮ ਤੋਂ ਨਾ ਤਾਂ ਉਹਨੇ ਕੁਛ ਖਾਧਾ, ਉਹਨੂੰ ਜਿਹੜੀਆਂ ਟੱਟੀਆਂ ਉਲਟੀਆਂ ਵੀ ਲੱਗੀਆਂ ਰਹੀਆਂ ਅਤੇ ਉਹਨਾਂ ਨੇ ਝੂਠ ਬੋਲਿਆ ਕੋਰਟ ਨੂੰ ਵੀ ਅਸੀਂ ਹਸਪਤਾਲ ਭੇਜਤਾ, ਜਦ ਕਿ ਉੱਥੇ ਹਾਜ਼ਰ ਹੀ ਸੀ। ਅਤੇ ਉਹਦੀ ਫਿਰ ਉੱਥੇ ਹੀ ਪਤਾ ਲੱਗਿਆ ਵੀ ਜੇਲ੍ਹ ਦੀ ਡਿਊਟੀ ਦੇ ਵਿੱਚ ਹੀ ਜਾਂ ਬਾਅਦ ਦੇ ਵਿੱਚ ਜੇਲ੍ਹ ਦੇ ਅੰਦਰ ਹਸਪਤਾਲ ਉਹਨੂੰ ਲੈ ਕੇ ਗਏ, ਜਿੱਥੇ ਕਿ ਕੋਈ ਸੁਵਿਧਾ ਨਹੀਂ। ਉੱਥੇ ਤਾਂ ਸ਼ੂਗਰ ਘੱਟ ਕਰਨ ਦਾ, ਇੰਸੂਲਿਨ ਦਾ ਟੀਕਾ ਵੀ ਜਿਹੜਾ ਨਹੀਂ ਮਿਲਦਾ ਹੈਗਾ,
ਜਿਹੜਾ ਕਿ ਬਾਹਰੋਂ ਮੰਗਾ ਕੇ ਸਪੈਸ਼ਲ ਲਾਇਆ ਜਾਂਦਾ, ਉਹ ਵੀ ਬੰਦਾ ਆਪਣੇ ਖਰਚੇ 'ਤੇ। ਜੇ ਹਸਪਤਾਲ ਹੋਵੇ ਤਾਂ ਗੁਰੂ ਨਾਨਕ ਹੌਸਪੀਟਲ ਉਹ ਨਿਯਮਤ ਰੂਪ ਦੇ ਵਿੱਚ ਟੀਕਾ ਜਿਹੜਾ ਮਿਲਦਾ ਜਾਂ ਆਪ ਵੀ ਲਿਆ ਕੇ ਦਿੱਤਾ ਜਾ ਸਕਦਾ। ਸੋ ਸਾਰੀ ਜੇਲ੍ਹ ਪ੍ਰਸ਼ਾਸਨ ਦੀ, ਖਾਸ ਤੌਰ 'ਤੇ ਜੇਲ੍ਹ ਸੁਪਰਡੈਂਟ ਦੀ ਜ਼ਿੰਮੇਵਾਰੀ ਬਣਦੀ ਆ, ਜਿਹਨੇ ਇੰਨੀ ਗੰਭੀਰ ਅਵਸਥਾ, ਸਿਹਤ ਮਾੜੀ ਕੰਡੀਸ਼ਨ ਕਰਕੇ ਬੰਦੇ ਨੂੰ ਡਿਊਟੀ ਦੇ ਵਿੱਚ ਬਿਠਾ ਰੱਖਿਆ, ਉਹਨੂੰ ਟਾਈਮਲੀ ਜਿਹੜਾ ਉਹ ਮੈਡੀਕਲ ਸਹੂਲਤ ਨਹੀਂ ਦਿੱਤੀ ਗਈ। ਜੇ ਉਹਨੂੰ PGI ਲੈ ਕੇ ਗਏ ਸੀ ਗੁਰੂ ਨਾਨਕ ਹੌਸਪੀਟਲ, ਤਾਂ ਵਾਪਸ ਗੁਰੂ ਨਾਨਕ ਹਸਪਤਾਲ ਹੀ ਉਹਨੂੰ ਰੱਖਣਾ ਚਾਹੀਦਾ ਸੀ, ਤਾਂ ਜੋ ਉਹਨੂੰ ਟਾਈਮਲੀ ਜੋ ਆਕਸੀਜਨ ਅਤੇ ਹੋਰ ਜਿਹੜੀਆਂ ਮੈਡੀਕਲ ਫੈਸਿਲਿਟੀ ਆ ਉਹ ਦਿੱਤੀਆਂ ਜਾ ਸਕਦੀਆਂ ਸੀ, ਪਰ ਉਹਨਾਂ ਨੇ ਦਿੱਤੀਆਂ ਨਹੀਂ। ਇਹ ਆਮ ਹੀ ਦੇਖਣ 'ਚ ਆਉਂਦਾ ਹੈਗਾ ਵੀ ਜਿੱਥੇ UAPA ਐਕਟ ਲੱਗ ਜਾਂਦਾ, NIA ਉਹ ਜਾਂਚ ਕਰਦੀ ਹੁੰਦੀ ਆ, ਉਹਨਾਂ ਨੂੰ ਇੱਕ ਅਪੁਸ਼ਟ ਜਾਂ ਇਨਡਾਇਰੈਕਟ ਹਦਾਇਤਾਂ ਹੁੰਦੀਆਂ ਵੀ ਇਹਨਾਂ ਬੰਦਿਆਂ ਨੂੰ ਕਿਵੇਂ ਮੈਡੀਕਲੀ, ਫਿਜ਼ੀਕਲੀ, ਮੈਂਟਲੀ ਜਿਹੜਾ ਹਰਾਸ ਕਰਨਾ। ਸੋ ਇਹ ਸਾਰਾ ਉਹ ਪਿਛਲੇ 2 ਸਾਲ ਤੋਂ ਇੱਕ ਫਿਜ਼ੀਕਲ ਅਤੇ ਮੈਂਟਲੀ ਟੌਰਚਰ ਦੇ ਵਿੱਚ ਚੱਲ ਰਿਹਾ ਸੀਗਾ, ਭਾਵੇਂ ਉਹ ਗੁਰੂ ਦੇ ਭਾਣੇ ਵਿੱਚ ਰਹਿਣ ਵਾਲਾ ਗੁਰਮੁਖ ਸੀਗਾ, ਪਰ ਇਹ ਸਰਕਾਰਾਂ ਨੇ ਆਪਣੀਆਂ ਜਿਹੜੀਆਂ ਵੱਧ ਇੰਤਜ਼ਾਮੀਆਂ ਅਤੇ ਅਜਿਹੇ ਜੋ ਘੱਟ ਗਿਣਤੀਆਂ ਦੇ ਜਿਹੜੇ ਬੰਦੀਆਂ ਦੇ ਨਾਲ ਜਿਹੜੇ ਆ ਵਿਤਕਰੇਬਾਜ਼ੀ ਅਤੇ ਗਰੀਬਾਂ ਨਾਲ, ਘੱਟ ਗਿਣਤੀਆਂ ਨਾਲ, ਦਲਿਤਾਂ ਨਾਲ ਮਾੜੇ ਵਿਹਾਰ ਦੇ ਜਿਹੜੇ ਵਜ੍ਹਾ ਕਰਕੇ ਹੀ ਅੱਜ ਮਲਕੀਤ ਸਿੰਘ ਸਾਡੇ ਵਿੱਚ ਜਿਹੜਾ ਨਹੀਂ ਰਿਹਾ ਹੈਗਾ। ਸੋ ਉਹਨੂੰ ਇਨਸਾਫ ਮਿਲਣਾ ਚਾਹੀਦਾ, ਅਤੇ ਉਹਦੇ ਸੰਬੰਧ ਦੇ ਵਿੱਚ ਅੱਜ ਉੱਥੇ ਪੋਸਟਮਾਰਟਮ ਜਿਹੜਾ ਹੋ ਰਿਹਾ ਹੈਗਾ, ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਛ ਨਹੀਂ, ਕਿਉਂਕਿ ਉਹ ਆਲਰੇਡੀ ਉਹ ਡਾਇਬਟਿਕ ਸੀ, ਉਹਦੀ BP ਵੱਧ ਗਿਆ। ਜਦੋਂ ਉਹਨੂੰ ਇਨਸੂਲਿਨ ਨਹੀਂ ਮਿਲੀ ਟਾਈਮਲੀ, ਉਹਨੂੰ ਦਵਾਈ ਨਹੀਂ ਦਿੱਤੀ ਜਾ ਸਕੀ, ਤਾਂ ਉਹਦੀ ਭਾਵੇਂ ਅਕਾਲ ਚਲਾਣਾ ਉਹ ਜੇਲ੍ਹ 'ਚ ਹੀ ਕਰ ਗਿਆ, ਪਰ ਉਹਨਾਂ ਨੇ ਰਾਤ 11:30 ਦੀ ਜਿਹੜੀ ਐਂਟਰੀ ਆ ਉਹਦੀ ਉਹ ਹਸਪਤਾਲ ਪਾਈ ਆ ਵੀ ਉੱਥੇ ਆਏ, ਅਤੇ ਉਸ ਤੋਂ ਬਾਅਦ ਡੈਥ ਹੋ ਗਈ। ਕਿਉਂਕਿ ਜੇਲ੍ਹ ਵਾਲਿਆਂ ਦਾ ਹਮੇਸ਼ਾ ਹੀ ਇਹ ਹੁੰਦਾ, ਜਿਹੜੇ ਵੀ ਬੰਦੇ ਦੀ ਮਾੜੀ ਮੈਡੀਕਲ ਹਾਲਤ ਕਰਕੇ ਮੌਤ ਜੇਲ੍ਹ ਦੇ ਅੰਦਰ ਹੋ ਜਾਂਦੀ ਆ, ਤਾਂ ਉਹ ਕਦੇ ਵੀ ਇਹ ਨਹੀਂ ਦਿਖਾਉਂਦੇ ਜੇਲ੍ਹ ਦੇ ਅੰਦਰ ਹੋ ਜੀ, ਉਹਦੀ ਭਾਵੇਂ ਲਾਸ਼ ਹੀ ਲੈ ਕੇ ਜਾਣ, ਉਹ ਬਾਹਰ ਹੀ ਉਹਦੀ ਜਿਹੜੀ ਆ ਮੌਤ ਦਰਸਾਈ ਜਾਂਦੀ ਹੈ ਵੀ ਅਸੀਂ ਇਲਾਜ ਲਈ ਲੈ ਕੇ ਗਏ, ਰਸਤੇ ਵਿੱਚ ਜਾਂ ਜੇਲ੍ਹ ਹਸਪਤਾਲ ਦੇ ਵਿੱਚ ਪਹੁੰਚ ਕੇ ਉਹਦੀ ਜਿਹੜੀ ਆ ਮੌਤ ਹੋ ਗਈ। ਸੋ ਇਸੇ ਤਰ੍ਹਾਂ ਹੀ ਇਹਨਾਂ ਨੇ ਜਿਹੜਾ ਪਖੰਡ ਕੀਤਾ ਜੇਲ੍ਹ ਵਾਲਿਆਂ ਨੇ, ਪਰ ਪਰਿਵਾਰ ਦੇ ਨਾਲ ਸਮੁੱਚੇ ਪੰਥ ਨੂੰ, ਜਥੇਬੰਦੀਆਂ ਨੂੰ ਖੜਨਾ ਚਾਹੀਦਾ, ਅਤੇ ਪੋਸਟਮਾਰਟਮ ਹੋਣ ਤੋਂ ਬਾਅਦ ਅਤੇ ਅਗਲੀ ਜੋ ਹਨ ਕੋਰਸ ਆਫ ਐਕਸ਼ਨ ਪਰਿਵਾਰ ਨਾਲ ਇਹ ਦੁਖਦਾਈ ਸਮੇਂ ਦਾ ਥੋੜ੍ਹਾ ਜਿਹਾ ਸਮਾਂ ਬੀਤਣ ਤੋਂ ਉਹਨਾਂ ਨਾਲ ਸਲਾਹ ਕਰਕੇ ਅੱਗੇ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਚਾਰਾਜੋਈ ਜਿਹੜੀ ਅੱਗੇ ਵੀ ਕੀਤੀ ਗਈ ਸੀ, ਭਾਵੇਂ ਸਫਲਤਾ ਨਹੀਂ ਮਿਲੀ, ਪਰ ਹੁਣ ਉਹਨੂੰ ਮਰਨ ਉਪਰੰਤ ਜਿਹੜੀ ਆ ਉਹਨੂੰ ਇਨਸਾਫ ਜਿਹੜਾ ਦਿਵਾਇਆ ਜਾਊਗਾ, ਪਰਿਵਾਰ ਨੂੰ ਦਿਵਾਇਆ ਜਾਊਗਾ। ਉਹਨਾਂ ਦਾ ਇੱਕ ਗੁਰਮੁਖ ਬੱਚਾ ਜਿਹੜਾ ਸੀ ਬਾਣੀ ਦਾ ਧਾਰਨਾ ਸਤਿਗੁਰ ਦਾ ਪਿਆਰਾ ਸਿੱਖ ਸੀਗਾ, ਉਹ ਗੁਰੂ ਦੀ ਗੋਦ ਵਿੱਚ ਜਾ ਵਿਰਾਜਿਆ। ਸੋ ਸਾਨੂੰ ਸੁਚੇਤ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਜੇਲ੍ਹਾਂ ਦੇ ਮਾੜੇ ਇੰਤਜ਼ਾਮਾਂ ਦੇ ਕਰਕੇ ਜਿਹੜੇ ਆ ਸਾਡੇ ਨੌਜਵਾਨ ਉਹ ਇੱਥੋਂ ਸੰਸਾਰ ਦੇ ਵਿੱਚੋਂ ਚੱਲ ਰਹੇ। ਬਾਕੀ ਹੋਰ ਕੇਸਾਂ ਦੇ ਵਿੱਚ ਵੀ ਅਤੇ NIA ਦੇ ਕੇਸਾਂ ਦੇ ਖਾਸ ਤੌਰ 'ਤੇ ਜਿੰਨੇ ਨੌਜਵਾਨ ਬੰਦ ਨੇ, ਉਹਨਾਂ ਦੀ ਜੇ ਸਿਹਤ ਦੀ ਸਹੂਲਤ ਦੀ ਕੋਈ ਦਿੱਕਤ ਆਉਂਦੀ ਆ, ਤਾਂ ਉਹ NIA ਅਦਾਲਤ ਵੱਲੋਂ ਭਾਵੇਂ ਹਦਾਇਤਾਂ ਕੀਤੀਆਂ ਜਾਂਦੀਆਂ, ਪਰ ਉਹਨਾਂ ਨੂੰ ਟਿੱਚ ਜਾਣਿਆ ਜਾਂਦਾ ਜੇਲ੍ਹ ਸੁਪਰਡੈਂਟਾਂ ਵੱਲੋਂ। ਅਤੇ ਇਸ ਪ੍ਰਤੀ ਸਾਨੂੰ ਸੁਚੇਤ ਹੋਣਾ ਚਾਹੀਦਾ ਅਤੇ ਦਬਾਅ ਬਣਾਉਣਾ ਚਾਹੀਦਾ ਸਰਕਾਰ ਦੇ ਉੱਤੇ ਕਿ ਜਿਹੜੇ ਵੀ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਦੀ ਮੈਡੀਕਲ ਸਹੂਲਤ ਚਾਹੀਦੀ ਆ, ਉਹਨਾਂ ਨੂੰ ਤੁਰੰਤ ਸਹੂਲਤ ਇਹ ਦਿੱਤੀ ਜਾਵੇ। ਅਤੇ ਸਾਨੂੰ ਸੁਚੇਤ ਹੋਣਾ ਚਾਹੀਦਾ ਵੀ ਸਿੱਖ ਨੌਜਵਾਨਾਂ ਨੂੰ ਚੁੱਪ ਚਪੀਤੇ ਜਿਹੜਾ ਜੇਲ੍ਹਾਂ ਦੇ ਵਿੱਚ ਇੱਕ ਤਰ੍ਹਾਂ ਦਾ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਤਸ਼ੱਦਦ ਦੇ ਕੇ ਅਤੇ ਉਹਨਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ। ਪਹਿਲਾਂ ਵੀ ਇਹੋ ਜਿਹੀਆਂ ਕਈ ਘਟਨਾਵਾਂ ਹੋਈਆਂ, ਅਤੇ ਭਾਈ ਮਲਕੀਤ ਸਿੰਘ ਨੂੰ ਅਦਾਲਤਾਂ ਦੇ ਵਿੱਚੋਂ ਇਨਸਾਫ ਤਾਂ ਨਹੀਂ ਮਿਲਿਆ, ਪਰ ਦੂਜੇ ਪਾਸੇ ਇੱਕ ਕਤਲ ਕੀਤਾ ਗਿਆ ਉਹਦਾ, ਜਿਹੜਾ ਇਹ ਭਾਰਤੀ ਹਿੰਦ ਹਕੂਮਤ ਦੇ ਜਿਹੜੀਆਂ ਸੰਸਥਾਵਾਂ ਨੇ, ਭਾਵੇਂ ਉਹ ਜੇਲ੍ਹਾਂ ਨੇ, ਭਾਵੇਂ ਅਦਾਲਤਾਂ ਨੇ, ਭਾਵੇਂ ਉਹਨਾਂ ਦੀ NIA ਆ, UAP ਵਰਗੇ ਮਾੜੇ ਐਕਟ, ਜਿਹਦੇ ਤਹਿਤ ਪਹਿਲਾਂ ਬੰਬੇ ਇੱਕ ਫਾਦਰ ਸਟੈਨ ਸਵਾਮੀ, ਉਹ ਵੀ ਬਿਮਾਰ ਸਨ, 84 ਸਾਲ ਦੀ ਉਮਰ ਸੀ, ਉਹਨਾਂ ਨੂੰ ਵੀ ਇਲਾਜ ਨਹੀਂ ਦਿੱਤਾ ਗਿਆ, ਮਾੜੀ ਸਿਹਤ ਕੰਡੀਸ਼ਨ ਕਰਕੇ ਬੇਲ ਨਹੀਂ ਦਿੱਤੀ ਗਈ। ਉਸੇ ਤਰ੍ਹਾਂ ਫਾਦਰ ਸਟੈਨ ਸਵਾਮੀ ਦੀ ਤਰਜ਼ ਦੇ ਉੱਤੇ ਸਿੱਖ ਨੌਜਵਾਨ ਭਾਈ ਮਲਕੀਤ ਸਿੰਘ ਨੂੰ ਜਿਹੜਾ ਮੌਤ ਦੇ ਮੂੰਹ ਵੱਲ ਧੱਕਿਆ ਗਿਆ। ਸੋ ਸਾਨੂੰ ਇਨਸਾਫ ਲਈ ਜੂਝਣਾ ਚਾਹੀਦਾ, ਸੁਚੇਤ ਹੋਣਾ ਚਾਹੀਦਾ, ਆਪਣੇ ਵਖਰੇਵੇਂ ਛੱਡ ਕੇ ਆਪਣੇ ਜੁਝਾਰੂ ਸਿੱਖ ਨੌਜਵਾਨ ਬਾਣੀ ਦੇ ਧਾਰਨੇ ਮਲਕੀਤ ਸਿੰਘ ਵਰਗਿਆਂ ਦੀ ਬਾਂਹ ਬਣਨੀ ਚਾਹੀਦੀ ਹੈ, ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਹੈ।
ਇਨਸਾਫ ਲਈ ਜੋ ਕਾਨੂੰਨੀ ਚਾਰਾਜੋਈ ਅੱਗੇ ਵੀ ਕਰਦੇ ਰਹੇ ਹਾਂ, ਹੁਣ ਵੀ ਕਰ ਰਹੇ ਹਾਂ ਅਤੇ ਅਗਾਂਹ ਵੀ ਕਰਦੇ ਰਹਾਂਗੇ। ਵਾਹਿਗੁਰੂ ਸਭ ਨੂੰ ਸਮੱਤ ਬਖਸ਼ੇ। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਮਲਕੀਤ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਰਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।